ਅਕਤੂਬਰ 2015 ਦੇ ਵਿੱਚ ਬਾਈਬਲ ਕਲਾਂ ਗੋਲੀकांड ਹੁੰਦਾ ਹੈ। ਉਸ ਗੋਲੀकांड ਦੇ ਵਿੱਚ ਦੋ ਸਿੰਘ ਸ਼ਹੀਦ ਹੋ ਜਾਂਦੇ ਨੇ ਔਰ ਉਹਨਾਂ ਦੀ ਸ਼ਹਾਦਤ ਦੇ ਲਈ ਇਨਸਾਫ ਦੇ ਲਈ ਇੱਕ ਮੋਰਚਾ ਲੱਗਦਾ ਹੈ। ਪਿਛਲੀ ਸਰਕਾਰ ਵੱਲੋਂ ਇਨਸਾਫ ਨਹੀਂ ਹੋਇਆ ਔਰ ਮੌਜੂਦਾ ਸਰਕਾਰ ਜਦੋਂ ਕਾਂਗਰਸ ਦੀ ਆਈ ਉਹਨਾਂ ਨੇ ਇਸ ਦਾਅਵੇ ਦੇ ਨਾਲ ਆਪਣੀ ਸਰਕਾਰ ਬਣਾਈ ਕਿ ਜਦੋਂ ਅਸੀਂ ਸਰਕਾਰ ਬਣਾ ਲਾਂਗੇ, ਭਾਵੇਂ ਉਹ ਬੇਅਦਬੀਆਂ ਦਾ ਮਸਲਾ ਹੋਵੇ, ਕੋਟਕਪੁਰਾ ਦਾ ਮਸਲਾ ਹੋਵੇ, ਬਾਈਬਲ ਕਲਾਂ ਦਾ ਮਸਲਾ ਹੋਵੇ, ਪ੍ਰਾਇੋਰਟੀ ਦੇ ਨਾਲ ਪਹਿਲ ਦੇ ਆਧਾਰ ਤੇ ਉਹ ਮਸਲਾ ਅਸੀਂ ਹੱਲ ਕਰਾਂਗੇ। ਤਕਰੀਬਨ 5 ਸਾਲ ਪੂਰੇ ਹੋ ਚੱਲੇ ਨੇ। 4.5 ਸਾਲ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹੇ, ਉਹਨਾਂ ਵੱਲੋਂ ਇਨਸਾਫ ਨਹੀਂ ਦਵਾਇਆ ਗਿਆ ਇਹਨਾਂ ਨੂੰ ਔਰ ਹੁਣ ਚੰਨੀ ਸਾਹਿਬ ਨੂੰ ਵੀ ਬਣਿਆ ਮੁੱਖ ਮੰਤਰੀ ਚਿਰ ਹੋ ਚੁੱਕਿਆ ਪਰ ਹਾਲੇ ਤੱਕ ਵੀ ਇਹ ਇਨਸਾਫ ਦੀ ਦਰਕਾਰ ਲੈ ਕੇ ਇਨਸਾਫ ਹਾਲੇ ਤੱਕ ਹੋਇਆ ਨਹੀਂ। ਇਸ ਡਿਮਾਂਡ ਦੇ ਵਿੱਚ ਬੈਠੇ ਨੇ ਕਿ ਇਨਸਾਫ ਸਾਨੂੰ ਕਦੋਂ ਮਿਲੇਗਾ ਵੀ ਕਿ ਨਹੀਂ ਮਿਲੇਗਾ, ਕਿਉਂਕਿ ਉਹ ਪੋਲੀਟੀਸ਼ੀਅਨਸ, ਉਹ ਸਿਆਸਤਦਾਨ ਜਿਹੜੇ ਲਗਾਤਾਰ ਇਸ 'ਤੇ ਸਿਆਸਤ ਕਰਦੇ ਰਹੇ, ਇਹ ਭਰੋਸਾ ਦਿਵਾਉਂਦੇ ਰਹੇ ਕਿ ਅਸੀਂ ਤੁਹਾਨੂੰ ਇਨਸਾਫ ਦਿਵਾਵਾਂਗੇ ਔਰ ਇਸੇ ਗੱਲ ਨੂੰ ਹੀ ਕੈਸ਼ ਕਰਕੇ ਵੋਟਾਂ ਵੀ ਲਈਆਂ। ਪਰ ਅੱਜ ਲਗਭਗ 5 ਸਾਲ ਬੀਤ ਜਾਣ ਦੇ ਬਾਵਜੂਦ ਜਦੋਂ ਇਨਸਾਫ ਨਹੀਂ ਮਿਲਿਆ ਤਾਂ ਇਹ ਲੋਕ ਹੁਣ ਉਹਨਾਂ ਸਿਆਸਤਦਾਨਾਂ ਤੋਂ, ਉਸ ਪਾਰਟੀ ਤੋਂ, ਉਸ ਸਰਕਾਰ ਤੋਂ ਸਵਾਲ ਪੁੱਛ ਰਹੇ ਨੇ ਕਿ ਸਾਨੂੰ ਇਨਸਾਫ ਕਿਉਂ ਨਹੀਂ ਮਿਲਿਆ। ਕ੍ਰਿਸ਼ਨ ਭਗਵਾਨ ਦੇ ਬੇਟੇ ਜਿਹੜੇ ਨੇ ਉਹ ਧਰਨੇ ਤੇ ਬੈਠੇ ਹੋਏ ਨੇ, ਵੱਖ-ਵੱਖ ਸਿਆਸਤਦਾਨ ਇਹਨਾਂ ਕੋਲ ਆਉਂਦੇ ਵੀ ਨੇ, ਗੱਲਬਾਤ ਕਰਦੇ ਨੇ ਪਰ ਇਨਸਾਫ ਹਾਲੇ ਤੱਕ ਨਹੀਂ ਮਿਲਿਆ। ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਜੀ, ਜਦੋਂ ਇਹ ਬਾਈਬਲ ਕਲਾਂ ਗੋਲੀकांड ਹੋਇਆ ਉਸ ਤੋਂ ਬਾਅਦ ਧਰਨਾ ਲੱਗਿਆ, ਧਰਨੇ ਦੇ ਵਿੱਚ ਕੁਝ ਸਿਆਸਤਦਾਨ ਆਉਂਦੇ ਨੇ, ਤੁਹਾਡਾ ਧਰਨਾ ਚੁੱਕਿਆ ਵੀ ਜਾਂਦਾ ਹੈ, ਬਰਗਾੜੀ ਦੇ ਵਿੱਚ ਵੀ ਜਿਹੜਾ ਧਰਨਾ ਲੱਗਿਆ, ਇਸ ਗੱਲ ਤੇ, ਇਸ ਗਰੰਟੀ ਤੇ ਧਰਨਾ ਚੁੱਕਿਆ ਗਿਆ ਕਿ ਜੋ ਕੁਝ ਵੀ ਹੋਇਆ ਉਹਦਾ ਇਨਸਾਫ ਦਿੱਤਾ ਜਾਏਗਾ, ਭਾਵੇਂ ਉਹ ਬੇਅਦਬੀ ਦਾ ਹੋਵੇ। ਪਿਛਲੀ ਸਰਕਾਰ ਫੇਲ ਹੋ ਗਈ, ਇਨਸਾਫ ਨਹੀਂ ਦਵਾ ਪਾਈ, ਅਸੀਂ ਤੁਹਾਨੂੰ ਇਨਸਾਫ ਦਵਾਵਾਂਗੇ। ਕੀ ਤੁਹਾਨੂੰ ਇਨਸਾਫ ਮਿਲਿਆ? ਦੇਖੋ ਜੀ, 6 ਸਾਲ ਦਾ ਸਮਾਂ ਜਿਹੜਾ ਬੇਅਦਬੀ ਨੂੰ ਹੋ ਚੁੱਕਿਆ 1 ਜੂਨ 2015 ਤੋਂ ਲੈ ਕੇ ਅੱਜ ਤੱਕ ਇਨਸਾਫ ਤਾਂ ਮਿਲਣਾ ਕੀ ਸੀ, ਇਹ ਸਰਕਾਰ ਇਨਸਾਫ ਦੇ ਨੇੜੇ ਤੇੜੇ ਵੀ ਨਹੀਂ ਪਹੁੰਚੀ। ਉਹ ਪੋਲੀਟੀਸ਼ੀਅਨ, ਉਹ ਰਾਜਨੀਤਿਕ ਲੋਕ ਜਿਹੜੇ ਇਨਸਾਫ ਦੇਣ ਦੀਆਂ ਗੱਲਾਂ ਕਰਕੇ ਸਰਕਾਰ ਬਣਾਈ ਗਈ ਸੀ, ਉਸ ਇਨਸਾਫ ਦੇ ਜਾਂ ਉਸ ਇਨਸਾਫ ਵਾਲੀ ਕੜੀ ਦੇ ਉਹ ਨੇੜੇ ਵੀ ਨਹੀਂ ਪਹੁੰਚੇ ਵੀ ਦੋਸ਼ੀਆਂ ਨੂੰ ਜਿਹੜਾ ਉਹ ਮਤਲਬ ਕਟਹਿਰੇ ਦੇ ਵਿੱਚ ਖੜੇ ਕਰ ਸਕਣ। ਉੱਥੋਂ ਤੱਕ ਇਹ ਜਾਂਚ ਵੀ ਨਹੀਂ ਲੈ ਕੇ ਗਏ। ਹੁਣ ਦੇ ਜਿਹੜੇ ਗ੍ਰਹਿ ਮੰਤਰੀ ਨੇ ਉਹ ਲਗਾਤਾਰ ਇਹ ਕਹਿੰਦੇ ਰਹੇ, ਸੁਖਜਿੰਦਰ ਰੰਧਾਵਾ ਸਾਹਿਬ ਕਹਿੰਦੇ ਰਹੇ ਕਿ ਸਾਡੇ ਹੱਥ ਬੰਨੇ ਹੋਏ ਨੇ, ਜੇ ਸਾਡੇ ਹੱਥ ਖੁੱਲ੍ਹ ਜਾਂਦੇ, ਜੇ ਸਾਡੇ ਹੱਥ ਦੇ ਵਿੱਚ ਕੁਝ ਹੁੰਦਾ ਤਾਂ ਅਸੀਂ ਤੁਹਾਨੂੰ ਇਨਸਾਫ ਦਿਵਾਉਂਦੇ। ਹੁਣ ਉਹ ਗ੍ਰਹਿ ਮੰਤਰੀ ਵੀ ਨੇ। ਉਸ ਤੋਂ ਬਾਅਦ ਗ੍ਰਹਿ ਮੰਤਰੀ ਬਣਨ ਤੋਂ ਬਾਅਦ ਤੁਹਾਡੇ ਨਾਲ ਕੋਈ ਗੱਲਬਾਤ ਹੋਈ, ਤੁਹਾਨੂੰ ਇਨਸਾਫ ਦਿਵਾਉਣ ਦੀ ਉਹਨਾਂ ਨੇ ਗੱਲ ਕੀਤੀ? ਬਿਲਕੁਲ ਜੀ, ਬਿਲਕੁਲ। ਜਦੋਂ ਉਹ ਗ੍ਰਹਿ ਮੰਤਰੀ ਨਹੀਂ ਹੁੰਦੇ, ਬਗਰਾੜੀ ਮੋਰਚਾ ਚੁਕਾਉਣ ਆਉਂਦੇ, ਉਹਨਾਂ ਦਾ ਇੱਕੋ ਇੱਕ ਸੰਗਤਾਂ ਦੇ ਪ੍ਰਤੀ ਜਿਹੜੀ ਇੱਕ ਬੇਨਤੀ ਹੁੰਦੀ ਆ ਤੇ ਉਹ ਗੁਰੂ ਸਾਹਿਬ ਦੀ ਹਜ਼ੂਰੀ 'ਚ ਖੜ ਕੇ ਬੇਨਤੀ ਇਹ ਕਰਦੇ ਆ ਕਿ ਜਦੋਂ ਸਾਡੇ ਕੋਲੇ ਪਾਵਰਾਂ ਆ ਗਈਆਂ, ਘੰਟਿਆਂ ਬੱਧੀ ਪਾਵਰ ਆ ਜੇ ਮੇਰੇ ਕੋਲੇ ਤਾਂ ਮੈਂ ਇਹਨੂੰ ਹੱਲ ਕਰ ਦਾਂਗਾ। ਪਰ ਅੱਜ ਉਹਨਾਂ ਕੋਲੇ ਤਕਰੀਬਨ 4 ਮਹੀਨੇ 3 ਮਹੀਨੇ ਨਵੀਂ ਸਰਕਾਰ ਬਣੀ ਨੂੰ ਹੋ ਗਿਆ, ਪਾਵਰ ਆ ਗਈ ਆ, ਉਸ ਤੋਂ ਬਾਅਦ ਮੈਂ ਮਿਲਿਆ ਵੀ ਆ ਤਾਂ ਜਿਹੜਿਆਂ ਦਾ ਹਜੇ ਤੱਕ ਬਿਆਨ ਤੱਕ ਨਹੀਂ ਆਇਆ ਬੇਅਦਬੀ ਤੇ, ਗ੍ਰਹਿ ਮੰਤਰੀ ਵੀ ਆ, ਡਿਪਟੀ ਸੀਐਮ ਵੀ ਆ, 2 ਪਾਵਰਾਂ ਵੀ ਆ ਤੇ ਅੱਜ ਤੱਕ ਉਹਨਾਂ ਦੇ ਕਾਰਜਕਾਲ ਦੇ ਵਿੱਚ ਮੈਂ ਕਹਾਂਗਾ ਕਿ ਬਾਈਬਲ ਕਾਂਡ ਦੇ ਨਾਮਜ਼ਦ ਕੀਤੇ ਹੋਏ ਦੋਸ਼ੀ ਬਿਕਰਮਜੀਤ ਐਸਪੀ ਅੱਜ ਉੱਥੇ ਬਹਾਲ ਹੋਏ ਆ, ਸਲਾਖਾਂ ਪਿੱਛੇ ਨਹੀਂ ਗਏ ਆ, ਬਹਾਲ ਹੋਏ ਆ। ਸੋ ਉਸੇ ਤਰ੍ਹਾਂ ਡੀਜੀਪੀ ਸਮੇਧ ਸੈਣੀ ਸੀ ਜਿਹੜਾ ਜਿਹਦੇ ਦੇਖ ਰੇਖ ਵਿੱਚ ਸਾਰਾ ਕਾਂਡ ਹੋਇਆ, ਤਾਂ ਉਹਨੂੰ ਅੱਜ ਬੇਲ ਇਹ ਕਹਿ ਕੇ ਮਿਲੀ ਗਈ ਆ ਕਿ ਜਦੋਂ ਤੱਕ ਇਲੈਕਸ਼ਨ ਨਹੀਂ ਹੁੰਦੇ ਪੰਜਾਬ ਦੇ ਵਿੱਚ ਉਦੋਂ ਤੱਕ ਤੁਸੀਂ ਇਹਨੂੰ ਗ੍ਰਿਫਤਾਰ ਨਹੀਂ ਕਰ ਸਕਦੇ। ਸੋ ਘਟੀਆ ਕਿਸਮ ਦੀ ਰਾਜਨੀਤੀ ਇਹਨਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਤੇ ਕੀਤੀ ਆ। ਸੋ ਅੱਜ ਉਸ ਨੂੰ ਇੱਕ ਸਾਈਡ ਤੇ ਰੱਖ ਕੇ ਇਹ ਸ਼ਰੇਆਮ ਜਿਹੜਾ ਲੋਕਾਂ ਨੂੰ ਝੂਠ ਬੋਲਣ ਤੇ ਲੱਗੇ ਹੋਏ। ਸੁਖਰਾਜ, ਅਸੀਂ ਕਈ ਕਾਂਗਰਸੀ ਲੀਡਰਾਂ ਨਾਲ ਇੰਟਰਵਿਊ ਕੀਤੀ, ਉਹ ਕਹਿੰਦੇ ਆ ਕਿ ਦੇਖੋ ਜਿਹੜੇ ਚਲੇ ਗਏ ਉਹਨਾਂ ਦਾ ਅਸੀਂ ਮੁਆਵਜ਼ਾ ਵੀ ਦੇ ਦਿੱਤਾ ਜੀ, ਅਸੀਂ ਨੌਕਰੀਆਂ ਵੀ ਪਿਛਲੀ ਸਰਕਾਰ ਨੇ ਦੇ ਦਿੱਤੀਆਂ, ਕੀ ਇਹਨਾਂ ਚੀਜ਼ਾਂ ਦੇ ਨਾਲ ਭਰਪਾਈ ਹੋ ਜਾਂਦੀ? ਦੇਖੋ, ਮੁਆਵਜ਼ਾ ਤੇ ਨੌਕਰੀ ਮੈਂ ਰਿਫੰਡ ਕਰਦਾ, ਇਹਨਾਂ ਦਾ ਮੁਆਵਜ਼ਾ ਤੇ ਇਹਨਾਂ ਦੀ ਨੌਕਰੀ ਇਹਨਾਂ ਨੂੰ ਦਿੰਨਾ ਵਾਪਸ। ਕੀ ਇਹ ਮੇਰਾ ਪਿਓ ਜਿੰਦਾ ਲਿਆ ਦੇਣਗੇ ਜਿਹੜੇ ਦੀ ਗੋਲੀਆਂ ਨਾਲ ਇਹਨਾਂ ਨੇ ਮੇਰੇ ਬਾਪੂ ਨੂੰ ਮਾਰਿਆ ਇਸੇ ਜਗ੍ਹਾ ਤੇ ਜਿੱਥੇ ਅਸੀਂ ਬੈਠੇ, ਕੀ ਉਹ ਸਾਨੂੰ ਵਾਪਸ ਲਿਆ ਦੇਣਗੇ? ਅਜੀਤ ਸਿੰਘ ਮੁੰਡਾ ਕੋਟਕਪੂਰੇ ਦੇ ਵਿੱਚ ਜ਼ਖਮੀ ਹੋ ਜਾਂਦਾ, ਕੀ ਉਹਨੂੰ ਉਹ ਸਹੀ ਤੁਰਨ ਲਾ ਦੇਣਗੇ ਭਾਵੇਂ ਉਹਦਾ ਡਾਕਟਰੀ ਇਲਾਜ ਸਾਰਾ ਹੋ ਗਿਆ? ਉਹਨੂੰ ਅੱਜ ਉਹਨਾਂ ਨੇ 80% ਅੰਗਹੀਨ ਬਣਾ ਕੇ ਰੱਖ ਦਿੱਤਾ। ਕੀ ਇਹ ਚੀਜ਼ਾਂ ਪੈਸੇ ਨਾਲ ਕਵਰ ਹੋ ਜਾਂਦੀਆਂ? ਇਹ ਮੇਰੇ ਉਹਨਾਂ ਸਿਆਸਤਦਾਨਾਂ ਨੂੰ ਸਵਾਲ ਆ ਜਿਹੜੇ ਇਹ ਗੱਲ ਕਹਿੰਦੇ ਆ ਕਿ ਅਸੀਂ ਦੇ ਕੇ ਉਹਨਾਂ ਨੂੰ ਚੁੱਪ ਕਰਾ ਰਹੇ ਹਾਂ ਜਾਂ ਅਸੀਂ ਚੁੱਪ ਕਰਾਉਣ 'ਚ ਕੋਸ਼ਿਸ਼ ਮਤਲਬ ਕਾਮਯਾਬ ਹੋ ਜਾਵਾਂਗੇ। ਨਹੀਂ, ਸਾਨੂੰ ਸਾਡੇ ਗੁਰੂ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਜੇਲ੍ਹਾਂ 'ਚ ਬੰਦ ਚਾਹੀਦੇ ਆ। ਗੋਲੀ ਚਲਾਉਣ ਵਾਲੇ ਪੁਲਿਸ ਵਾਲਿਆਂ ਤੇ ਸਖਤ ਕਾਰਵਾਈਆਂ ਚਾਹੀਦੀਆਂ ਕਿ ਅੱਗੇ ਤੋਂ ਪੰਜਾਬ ਦੇ ਵਿੱਚ ਹੋਰ ਕਿਸੇ ਸਖਰਾਜ ਦਾ ਬਾਪ ਨਾ ਜਾਵੇ, ਸਖਰਾਜ ਵਰਗੇ ਦਾ ਬਾਪ ਹੋਰ ਨਾ ਜਾਵੇ। ਸੁਖਰਾਜ, ਜਿਹੜੇ ਪੁਲਿਸ ਵਾਲਿਆਂ ਨੇ ਇਹ ਕੁਝ ਕੀਤਾ, ਤੁਸੀਂ ਹੁਣ ਇੱਕ ਜ਼ਿਕਰ ਕੀਤਾ ਕਿ ਇੱਕ ਐਸਪੀ ਮੁਅੱਤਲ ਕੀਤਾ ਗਿਆ ਸੀ, ਉਹਨੂੰ ਬਹਾਲ ਕੀਤਾ ਗਿਆ ਮੌਜੂਦਾ ਸਰਕਾਰ ਨੂੰ ਔਰ ਸਰਕਾਰ ਵੱਲੋਂ ਇਹ ਕਿਹਾ ਗਿਆ ਕਿ ਸਬੂਤਾਂ ਦੀ ਸ਼ਾਇਦ ਘਾਟ ਹੈ, ਉਸ ਕਰਕੇ ਕੋਈ ਕੇਸ ਨਹੀਂ ਬਣ ਪਾਇਆ। ਲਾਹਨਤ ਹੈ ਇਹੋ ਜਿਹੇ ਸਿਸਟਮ ਤੇ, ਲਾਹਨਤ ਹੈ ਇਹੋ ਜਿਹੇ ਸਰਕਾਰ ਚਲਾਉਣ ਵਾਲੇ ਬੰਦਿਆਂ ਤੇ ਜਿਹੜੇ ਅੱਜ ਤੱਕ 2-4 ਬੰਦੇ ਜਿਹੜੇ ਇਹ 'ਚ ਮੇਨ ਮੁਖੀਆਂ ਦੇ ਤੌਰ ਤੇ ਪਾਲੇ ਜਾਂਦੇ, ਚਾਹੇ ਬੇਅਦਬੀ ਦੇ ਵਿੱਚ ਡੇਰਾ ਸਰਸਾ ਹੋਵੇ, ਚਾਹੇ ਗੋਲੀकांड ਦੇ ਵਿੱਚ ਡੀਜੀਪੀ ਸਮੇਧ ਸੈਣੀ ਹੋਵੇ। ਸੋ ਉਹਨਾਂ ਤੇ ਕਾਰਵਾਈਆਂ ਨਾ ਕਰਨ
ਤੇ ਉਲਟਾ ਲੋਕਾਂ ਨੂੰ ਦੋਸ਼ੀ ਠਹਿਰਾਉਣ, ਮੈਂ ਸਮਝਦਾ ਸਾਨੂੰ ਇਹੋ ਜਿਹੇ ਸਿਸਟਮ ਤੋਂ ਆਸ ਛੱਡ ਕੇ ਆਪਣੇ ਆਪ, ਜਿਵੇਂ ਦਰਬਾਰ ਸਾਹਿਬ ਦੇ ਵਿੱਚ ਘਟਨਾ ਹੋਈ ਆ, ਉਹੋ ਜਿਹੇ ਨਤੀਜੇ ਸਾਨੂੰ ਆਪ ਲਿਆਉਣੇ ਪੈਣਗੇ, ਤਾਂ ਜਾ ਕੇ ਇੱਥੇ ਬੇਅਦਬੀਆਂ ਰੁਕਣਗੀਆਂ ਤੇ ਅੱਗੇ ਤੋਂ ਇਹੋ ਜਿਹੇ ਪੁਲਿਸ ਵਾਲਿਆਂ ਨੂੰ ਵੀ ਮਤਲਬ ਇਹ ਘਟਨਾਕ੍ਰਮ ਆ ਜਿਹੜੇ ਅੰਜਾਮ ਦੇਣ ਤੱਕ ਨਾ ਜਾਣਗੇ ਜੀ। ਹਾਲ ਹੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਵੀ ਤੁਹਾਡੇ ਕੋਲ ਆਏ ਸੀਗੇ, ਅਸੀਂ ਉਹ ਵੀਡੀਓ ਵਾਇਰਲ ਹੋਈਆਂ ਵੀ ਦੇਖੀਆਂ। ਉਹਨਾਂ ਨੇ ਬੜਾ ਭਰੋਸਾ ਦਿਵਾਇਆ, ਆਪਣੀ ਸਰਕਾਰ ਦੇ ਪ੍ਰਤੀ ਉਹਨਾਂ ਨੇ ਗੁੱਸਾ ਵੀ ਜ਼ਾਹਰ ਕੀਤਾ ਕਿ ਇਦਾਂ ਨਹੀਂ ਹੋਣਾ ਚਾਹੀਦਾ, ਉੱਦਾਂ ਹੋਣਾ ਚਾਹੀਦਾ, ਫਲਾਣੇ ਨੂੰ ਨੌਕਰੀ ਵੀ ਮਿਲਣੀ ਚਾਹੀਦੀ ਹੈ। ਉਹ ਬੜਾ ਭਰੋਸਾ ਤੁਹਾਨੂੰ ਦੇ ਕੇ ਗਏ। ਉਸ ਤੋਂ ਬਾਅਦ ਕੁਝ ਹੋਇਆ? ਦੇਖੋ ਜੀ, ਨੌਕਰੀਆਂ ਤੇ ਮੁਆਵਜ਼ੇ ਸਾਡਾ ਇਨਸਾਫ ਨਹੀਂ ਆ, ਮੈਂ ਪਹਿਲਾਂ ਵੀ ਕਹਿ ਚੁੱਕਿਆ। ਦੂਸਰੀ ਗੱਲ, ਜੇ ਉਹ ਇੱਕ ਰੂਲਿੰਗ ਪਾਰਟੀ ਦੇ ਪ੍ਰਧਾਨ ਆ, ਉਹ ਕਹਿੰਦੇ ਆ ਵੀ ਸਿਸਟਮ ਸਾਡੇ ਕਹਿਣੇ 'ਚ ਨਹੀਂ ਆ, ਸਰਕਾਰ ਸਾਡੇ ਕਹਿਣੇ 'ਚ ਨਹੀਂ ਆ, ਮੈਂ ਉਹ ਗੱਲ ਮੰਨ ਲਈ। ਪਰ ਉੱਥੇ ਮੇਰਾ ਇੱਕ ਸਵਾਲ ਹੋਰ ਵੀ ਸੀ, ਡੇਰਾ ਸਾਡੇ ਪੰਜਾਬ ਦੇ ਲੋਕਾਂ ਲਈ ਦੋਸ਼ੀ ਆ। ਉਸੇ ਪਾਰਟੀ ਦੇ ਨੁਮਾਇੰਦੇ ਅੱਜ ਵੀ ਡੇਰੇ ਤੇ ਜਾ ਕੇ, ਕੋਈ ਵੀ ਪੋਲੀਟੀਸ਼ੀਅਨ ਆ, ਮੈਂ ਸਮਝਦਾ ਕਿ ਪੰਜਾਬ ਦਾ ਕੋਈ ਵੀ ਪੋਲੀਟੀਸ਼ੀਅਨ ਡੇਰੇ ਤੇ ਜਾ ਕੇ ਆਪਣੀਆਂ ਗੱਲਾਂ ਕਰਦਾ, ਮਤਲਬ ਵੋਟਾਂ ਦੀ ਗੱਲ ਕਰਦਾ, ਤੇ ਸਾਡੇ ਲਈ ਉਹ ਦੋਸ਼ੀਆਂ ਦੀ ਕਤਾਰ 'ਚ ਖੜਾ। ਤੇ ਅੱਜ ਉਹ ਰੂਲਿੰਗ ਪਾਰਟੀ ਦੇ ਪ੍ਰਧਾਨ ਹੋਣ ਤੇ ਉਹਨਾਂ ਦੀ ਨਿਗਰਾਨੀ ਦੇ ਵਿੱਚ ਜਿਹੜੇ ਐਮਐਲਏ ਰਹਿੰਦੇ ਆ ਤੇ ਅੱਜ ਵੀ ਜਾ ਕੇ ਮੀਟਿੰਗਾਂ ਕਰਨ, ਸੋ ਫਿਰ ਉਹਨਾਂ ਦੀ ਕਿੱਥੇ ਚੱਲਦੀ ਆ? ਚਲੋ ਸਰਕਾਰ 'ਚ ਤਾਂ ਨਹੀਂ ਚੱਲਦੀ, ਪਾਰਟੀ 'ਚ ਤਾਂ ਚੱਲਣੀ ਚਾਹੀਦੀ। ਪਾਰਟੀ 'ਚ ਚੱਲਣੀ ਚਾਹੀਦੀ ਆ। ਦੂਸਰੇ ਪਾਸੇ ਉਹ ਲੋਕਾਂ ਨੂੰ ਇੱਕ ਭੰਬਲ ਭੂਸੇ 'ਚ ਪਾ ਰਹੇ ਆ, ਪਾਰਟੀ ਨੂੰ ਅੱਪ ਕਰਨ 'ਚ ਹੀ ਲੱਗੇ ਹੋਏ ਆ। ਪਾਰਟੀ ਤਾਂ ਕਾਂਗਰਸ ਲਈ ਕੰਮ ਕਰ ਰਹੇ ਨਾ, ਉਹਨੂੰ ਤਾਂ ਅੱਪ ਕਰਨ 'ਚ ਲੱਗੇ ਆ, ਪਰ ਇੱਕ ਬੰਦੇ ਨੂੰ ਥੱਲੇ ਕਰਕੇ ਇਨਸਾਫ ਨਹੀਂ ਦੇ ਸਕਦੇ। ਸੋ ਪੂਰੀ ਪਾਰਟੀ ਜ਼ਿੰਮੇਵਾਰ ਆ, ਪੂਰਾ ਉਹਨਾਂ ਦਾ ਸਿਸਟਮ, ਪੂਰਾ ਸਟਰਕਚਰ ਜ਼ਿੰਮੇਵਾਰ ਆ, ਜਿਹੜੇ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਇਸ 'ਚ ਲੈ ਕੇ ਆਏ ਸੀ। ਅੱਜ ਤੱਕ ਉਹਨਾਂ ਨੇ ਉਹਦਾ ਨਿਆਂ ਨਹੀਂ ਕੀਤਾ। ਸੋ ਉਹ ਵੀ ਕਿਤੇ ਨਾ ਕਿਤੇ ਉਹਨਾਂ ਦੋਸ਼ੀਆਂ ਦੀ ਕਤਾਰ 'ਚ ਖੜਦੇ ਨਜ਼ਰ ਆਉਂਦੇ ਆ, ਜਿਹੜੇ ਅੱਜ ਤੱਕ ਇਨਸਾਫ ਨਹੀਂ ਦੇ ਪਾਏ। ਸੁਖਰਾਜ, ਇੱਕ ਗੱਲ ਹੋਰ ਵੀ ਕਹਿੰਦੇ ਨੇ ਕਿ 4.5 ਸਾਲ ਕੈਪਟਨ ਅਮਰਿੰਦਰ ਸਿੰਘ ਰਹੇ, ਉਹਨਾਂ ਨੇ ਕੁਝ ਕਰਨ ਨਹੀਂ ਦਿੱਤਾ ਜਾਂ ਉਹਨਾਂ ਦੀ ਢਿੱਲੀ ਕਾਰਵਾਈ ਰਹੀ। ਅਸੀਂ ਹੁਣੇ ਬਣੇ ਆ, ਸਾਨੂੰ ਥੋੜਾ ਜਿਹਾ ਸਮਾਂ ਚਾਹੀਦਾ, ਵਕਤ ਚਾਹੀਦਾ, ਇਸ ਕਰਕੇ ਵੀ ਹੋ ਸਕਦਾ ਹੈ ਕਿ ਤੁਹਾਨੂੰ ਨਿਆਂ ਮਿਲਣ ਦੇ ਵਿੱਚ ਦੇਰੀ ਹੋਈ ਹੋ। ਜਸਟਿਸ ਰਣਜੀਤ ਸਿੰਘ ਬਣਾਏ ਜਾਂਦੇ ਆ ਕਾਂਗਰਸ ਦੇ ਟਾਈਮ, ਉਸ ਤੇ ਸਿੱਟ ਬਣਾਈ ਜਾਂਦੀ ਆ, ਇੱਕ ਨਹੀਂ ਤਿੰਨ ਸਿੱਟਾਂ ਕੰਮ ਕਰ ਰਹੀਆਂ। ਲੋਕਾਂ ਦੇ ਬਿਆਨ 2015 ਤੋਂ ਲੈ ਕੇ ਅੱਜ ਤੱਕ ਚੱਕ ਲਓ, ਸੇਮ ਹੈ। ਲੋਕ ਨਹੀਂ ਆਪਣੇ ਬਿਆਨਾਂ ਤੋਂ ਮੁਕਰੀਆਂ ਸਰਕਾਰਾਂ, ਇਨਸਾਫ ਦੇਣ ਵਾਲੇ ਸਿਸਟਮ ਮੁਕਰੇ ਆ। ਸੋ ਉਹਨਾਂ ਨੂੰ ਸਮਾਂ ਕਾਹਦਾ ਚਾਹੀਦਾ? ਇੱਕ ਇਨਵੈਸਟੀਗੇਸ਼ਨ ਬਣ ਕੇ ਟੇਬਲ ਤੇ ਜੱਜ ਦੇ ਪਈ ਆ, ਉੱਥੇ ਤੁਸੀਂ ਗਵਾਹੀਆਂ ਨਹੀਂ ਕਰਾ ਰਹੇ। ਤੁਹਾਡਾ ਐਡਵੋਕੇਟ ਜਨਰਲ ਜਿਹੜਾ ਮਤਲਬ ਅਯਾਸ਼ੀਆਂ ਕਰਦਾ ਫਿਰਦਾ, ਕਦੇ ਛੁੱਟੀਆਂ ਲੈਂਦਾ ਫਿਰਦਾ, ਅਤੁਲ ਨੰਦਾ, ਉਹ ਆਪਣੀਆਂ ਇਹੋ ਜਿਹੀਆਂ ਛੁੱਟੀਆਂ ਤੇ ਚੱਲ ਗਿਆ ਕਿ ਸਮੇਤ ਸੈਣੀ ਦੀ ਗ੍ਰਿਫਤਾਰੀ ਨਾ ਹੋ ਸਕੇ। ਉਹ ਆਪਣਾ ਪੱਖ ਨਹੀਂ ਸਹੀ ਰੱਖ ਰਿਹਾ, ਤੇ ਲੋਕਾਂ ਦਾ ਕਸੂਰ ਨਹੀਂ ਆ। ਤੁਸੀਂ ਲੋਕਾਂ ਨੂੰ ਨਹੀਂ ਕਹਿ ਸਕਦੇ। ਸਰਕਾਰ 6 ਮਹੀਨਿਆਂ ਦੇ ਵਿੱਚ ਇਨਸਾਫ ਦੇਣ ਦੀ ਗੱਲ ਕਰਕੇ ਆਈ ਸੀ, ਤਾਂ 6 ਸਾਲ ਦਾ ਸਮਾਂ ਲੰਘ ਗਿਆ, 5 ਸਾਲ ਇਹ ਲੰਘ ਗਿਆ, 5 ਸਾਲ ਇਹਨਾਂ ਦੀ ਸਰਕਾਰ ਬਣੀ ਤੋਂ ਲੰਘ ਗਿਆ, ਤੇ ਅੱਜ ਤੱਕ ਨਹੀਂ ਦਿੱਤਾ। ਹਜੇ ਹੋਰ ਕਿੰਨਾ ਕੁ ਟਾਈਮ ਚਾਹੀਦਾ? ਸੁਖਰਾਜ, ਜਦੋਂ ਪਿਛਲੀਆਂ ਚੋਣਾਂ ਸੀਗੀਆਂ, ਇਸ ਮੁੱਦੇ ਨੂੰ ਖੂਬ ਭੁਨਾਇਆ ਗਿਆ, ਇਸ ਮੁੱਦੇ ਤੇ ਰਾਜਨੀਤੀ ਵੀ ਕੀਤੀ ਗਈ, ਵੋਟਾਂ ਵੀ ਲਈਆਂ ਗਈਆਂ। ਹੁਣ ਫਿਰ ਦੁਬਾਰਾ ਵੋਟਾਂ ਸਿਰ ਤੇ ਖੜੀਆਂ ਨੇ, ਬੜੀਆਂ ਸਾਰੀਆਂ ਸਟੇਜਾਂ ਤੇ, ਸਿਆਸੀ ਸਟੇਜਾਂ ਤੇ ਫਿਰ ਜ਼ਿਕਰ ਕੀਤਾ ਜਾਂਦਾ ਹੈ ਕਿ ਅਸੀਂ ਇਨਸਾਫ ਦਿਵਾਵਾਂਗੇ, ਸਾਨੂੰ ਵੋਟਾਂ ਪਾਓ, ਅਸੀਂ ਇਨਸਾਫ। ਤੁਹਾਨੂੰ ਲੱਗਦਾ ਕਿ ਰੱਜ ਕੇ ਸਿਆਸੀਕਰਨ ਹੋਇਆ ਇਸ ਮੁੱਦੇ ਦਾ? ਸਿਆਸੀਕਰਨ ਅੱਜ ਤੋਂ 5 ਸਾਲ ਪਹਿਲਾਂ ਹੋ ਗਿਆ, ਪਰ ਹੁਣ ਮੈਂ ਉਹਨਾਂ ਪੰਜਾਬ ਦੇ ਲੋਕਾਂ ਨੂੰ, ਉਹਨਾਂ ਸਿੱਖਾਂ ਨੂੰ, ਉਹਨਾਂ ਨਿਮਾਣੇ ਗੁਰੂ ਨਾਨਕ ਲੇਵਾ ਸੰਗਤਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਵੀ ਪੋਲੀਟੀਸ਼ੀਅਨ ਆ ਕੇ ਇਸ ਦੇ ਉੱਤੇ ਰਾਜਨੀਤੀ ਕਰੇ, ਉਹਨੂੰ ਤੁਸੀਂ ਸਵਾਲ ਪੁੱਛ ਸਕਦੇ ਹੋ। ਜ਼ਰੂਰੀ ਨਹੀਂ ਆ ਮੋਰਚਾ ਲੱਗਿਆ ਮੋਰਚੇ 'ਚ ਆਉਣਾ ਜ਼ਰੂਰੀ ਆ। ਹਰ ਇੱਕ ਦਾ ਹਿਰਦਾ ਵਲੂੰਦਰਿਆ ਗਿਆ, ਹਰ ਇੱਕ ਸਿੱਖ ਨੂੰ ਗੁਰੂ ਦੀ ਬੇਅਦਬੀ ਦਾ ਦਰਦ ਆ। ਕਿਉਂ ਨਾ ਤੁਸੀਂ ਪਿੰਡ ਦੇ ਵਿੱਚ ਜਦੋਂ ਵੋਟ ਮੰਗਣ ਆਉਂਦਾ ਉਹਨੂੰ ਤੁਸੀਂ ਸਵਾਲ ਕਰ ਲਓ, ਯਾਰ ਤੂੰ ਬੇਅਦਬੀ ਦਾ ਕੀ ਕੀਤਾ, ਤੂੰ ਨਸ਼ਿਆਂ ਤੇ ਕੀ ਕੀਤਾ? ਸਾਡੇ ਮਾਵਾਂ ਦੇ ਪੁੱਤ ਦੀਆਂ ਲਾਸ਼ਾਂ ਸਾਨੂੰ ਟੋਭਿਆਂ 'ਚੋਂ ਮਿਲਦੀਆਂ। ਬੇਅਦਬੀ ਗੁਰੂ ਘਰਾਂ 'ਚ ਇੰਨੀ ਕੁ ਹੋ ਗਈ ਆ ਕਿ ਸਾਡੇ ਇਸ਼ਟ ਦੇ ਧੁਰੇ ਤੇ ਜਾ ਕੇ ਬੰਦਾ ਬੇਅਦਬੀ ਕਰਨ ਪਹੁੰਚ ਗਿਆ, ਤੇ ਫਿੱਟੇ ਮੂੰਹ ਸਿਸਟਮ ਦੇ ਬਈ। ਤੁਹਾਨੂੰ ਇਸੇ ਕਰਕੇ ਤਾਂ ਵੋਟਾਂ ਦਿੱਤੀਆਂ ਸੀ। ਵੋਟਾਂ ਬੇਅਦਬੀ ਰੋਕਣ ਦੇ ਲਈ ਬਣਾਈਆਂ ਗਈਆਂ ਸੀ ਸਰਕਾਰਾਂ, ਬੇਅਦਬੀ ਹੋਵੇ ਨਾ। ਤੇ ਪਰ ਕਾਰਜਕਾਲ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਅੱਗਾਂ ਲੱਗ ਗਈਆਂ। ਸੋ ਸਾਨੂੰ ਇੱਥੋਂ ਇਨਸਾਫ ਦੀ ਆਸ ਨਹੀਂ ਆ, ਸਾਡੇ ਏਕੇ ਦੀ ਲੋੜ ਆ। ਸਾਨੂੰ ਗੁਰਸਿੱਖਾਂ ਨੂੰ, ਸਾਨੂੰ ਗੁਰੂ ਨੂੰ ਮੰਨਣ ਵਾਲੇ ਲੋਕਾਂ ਨੂੰ ਇਕੱਠੇ ਹੋਣਾ ਪਊਗਾ, ਤਾਂ ਜਾ ਕੇ ਏਕਾ ਇਸ ਸਿਸਟਮ ਤੋਂ ਨਿਕਲੂਗਾ। ਇਨਸਾਫ ਸਾਨੂੰ ਇਸ ਸਿਸਟਮ 'ਚੋਂ ਫਿਰ ਮਿਲੂਗਾ ਜੇ ਸਾਡੇ 'ਚ ਏਕਾ ਹੋਊਗਾ। ਜਦੋਂ ਬਰਗਾੜੀ ਦੇ ਵਿੱਚ ਧਰਨਾ ਲੱਗਿਆ ਹੋਇਆ ਸੀ, ਮੋਰਚਾ ਲੱਗਿਆ ਹੋਇਆ ਸੀਗਾ, ਉਸ ਮੋਰਚੇ ਨੂੰ ਉਠਾਉਣ ਦੇ ਲਈ ਕਾਂਗਰਸ ਦੇ 3 ਕਦਾਵਰ ਲੀਡਰ ਆਉਂਦੇ ਨੇ ਔਰ ਇਹ ਕਹਿੰਦੇ ਨੇ ਕਿ ਅਸੀਂ ਤੁਹਾਨੂੰ ਪੂਰਾ ਇਨਸਾਫ ਦਿਵਾਵਾਂਗੇ। ਅੱਜ ਉਹ ਲੀਡਰ ਕਿਤੇ ਵੀ ਸਟੈਂਡ ਨਹੀਂ ਕਰਦੇ। ਬੜੀ ਵਾਰੀ ਉਹਨਾਂ ਤੋਂ ਸਵਾਲ ਪੁੱਛਿਆ ਗਿਆ, ਉਹ ਹਰ ਵਾਰ ਹੀ ਕਹਿ ਦਿੰਦੇ ਨੇ ਸਾਡੇ ਹੱਥ ਬੰਨੇ। ਦੇਖੋ ਜੇ ਹਜੇ ਵੀ ਮਤਲਬ 6 ਸਾਲ 5 ਸਾਲ ਸਰਕਾਰ ਚਲਾ ਕੇ ਵੀ ਹੱਥ ਬੰਨੇ ਆ ਨਾ, ਤਾਂ ਮੈਂ ਸਮਝਾਂਗਾ ਕਿ ਹੱਥ ਕਦੇ ਖੋਲ੍ਹ ਨਹੀਂ ਸਕਦੇ। 78 ਦਾ ਸਾਨੂੰ ਇਨਸਾਫ ਮਿਲ ਗਿਆ, 84 ਦਾ ਸਾਨੂੰ ਇਨਸਾਫ ਮਿਲ ਗਿਆ, 95 ਦੇ ਵਿੱਚ 92 ਦੇ ਵਿੱਚ ਬੇਅਦਬੀ ਹੁੰਦੀ ਆ, ਉਹਦਾ ਇਨਸਾਫ ਮਿਲ ਗਿਆ। ਤਾਂ 15 ਦਾ ਇਨਸਾਫ ਵੀ ਕਿਤੇ ਨਾ ਕਿਤੇ ਇਸੇ ਠੰਡੇ ਬਾਸਤੇ 'ਚ ਪੈਣ ਜਾ ਰਿਹਾ ਤੇ ਪੈਂਦਾ ਨਜ਼ਰ ਆ ਰਿਹਾ। ਪਰ ਸਾਨੂੰ ਆਪ ਸੁਚੇਤ ਹੋਣ ਦੀ ਲੋੜ ਆ। ਜਿਹੜੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਖੜ ਕੇ ਝੂਠ ਬੋਲ ਗਏ ਆ, ਉਹ ਤੁਹਾਡੇ ਚੰਦ ਵੋਟਾਂ ਦੀ ਖਾਤਰ ਤੁਹਾਨੂੰ ਬਹੁਤ ਕੁਝ ਮੂਰਖ ਬਣਾ ਸਕਦੇ ਆ, ਬਣਾਈ ਵੀ ਜਾਂਦੇ ਆ। 5 ਸਾਲ ਆਪਾਂ ਬਣੇ ਵੀ ਆ, ਪਰ ਹੁਣ ਸਾਨੂੰ ਇਹਨਾਂ ਸਾਰਿਆਂ ਦਾ ਇਨਸਾਫ ਲੈਣ ਲਈ ਮੈਂ ਵਾਰ-ਵਾਰ ਇਹੀ ਬੇਨਤੀ ਕਰਦਾ ਕਿ ਏਕੇ ਦਾ ਆਵਾਜ਼ ਨਿਸ਼ਾਨ ਸਾਹਿਬ ਦੀ ਅਗਵਾਈ ਦੇ ਹੇਠ ਸਾਨੂੰ ਚੱਲਣਾ ਪਊਗਾ।
ਤਾਂ ਜਾ ਕੇ ਗੁਰੂ ਸਾਹਿਬ ਦੀ ਬੇਅਦਬੀ ਰੁਕੂਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਘਟਨਾਕ੍ਰਮ ਪਹਿਲਾਂ ਵਾਪਰ ਚੁੱਕਿਆ ਉਹ ਫੇਰ ਨਹੀਂ ਵਾਪਰਨਗੇ ਜੇ ਸਿੱਖ ਸੁਚੇਤ ਹੋ ਕੇ ਚੱਲਣਗੇ। ਚਰਨਜੀਤ ਸਿੰਘ ਚੰਨੀ ਹੋਰਾਂ ਨਾਲ ਤੁਹਾਡੀ ਮੁਲਾਕਾਤ ਹੋਈ, ਗੱਲਬਾਤ ਹੋਈ ਇਸ ਮੁੱਦੇ ਤੇ? ਕਿਉਂਕਿ ਲਗਾਤਾਰ ਇਹੀ ਕਿਹਾ ਗਿਆ ਕਿ ਸਾਰਾ ਠੀਕਰਾ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਭੰਨਿਆ ਜਾਂਦਾ ਰਿਹਾ। ਹੁਣ ਜਦੋਂ ਚਰਨਜੀਤ ਚੰਨੀ ਸੀਐਮ ਬਣੇ ਨੇ ਉਸ ਤੋਂ ਬਾਅਦ ਤੁਹਾਡੀ ਉਹਨਾਂ ਨਾਲ ਕਦੇ ਕੋਈ ਗੱਲਬਾਤ ਹੋਈ, ਕੋਈ ਮੀਟਿੰਗ ਹੋਈ? ਬਿਲਕੁਲ ਜੀ, ਦੇਖੋ ਪਹਿਲਾਂ ਤਾਂ 4.5 ਸਾਲ ਤਾਂ ਮੈਂ ਕੈਪਟਨ ਦਾ ਦਰਵਾਜ਼ਾ ਬਹੁਤ ਖੜਕਾਇਆ, ਮਤਲਬ ਉਹਨੂੰ ਜਦੋਂ ਕਿਤੋਂ ਮਿਲਣਾ ਚਾਹ ਤਾਂ ਮੈਂ ਮਿਲਿਆ ਇਸ ਵਿਸ਼ੇ ਤੇ 4 ਤੋਂ 5 ਵਾਰ ਮੇਰੀ ਉਹਦੇ ਨਾਲ ਮੁਲਾਕਾਤ ਹੋ ਚੁੱਕੀ ਆ, ਸਿਰਫ ਇਸ ਵਿਸ਼ੇ ਤੇ ਬੇਅਦਬੀ ਦੇ ਇਨਸਾਫ ਤੇ। ਹੋਰ ਸਾਡਾ ਕੋਈ ਮੰਗ ਨਹੀਂ ਸੀ। ਦੋਸ਼ੀਆਂ ਨੂੰ ਮਤਲਬ ਤੇ ਅਦਾਲਤੀ ਕਾਰਵਾਈ ਫਾਸਟ ਟਰੈਕ ਇਹਨਾਂ ਨੇ ਕਹਿ ਕੇ ਲਿਆਂਦਾ ਸੀ, ਪਰ ਅੱਜ ਤੱਕ ਅਸੀਂ ਦੇਖਿਆ ਨਹੀਂ ਕਿ ਅਦਾਲਤਾਂ ਦੇ ਵਿੱਚ ਫਾਸਟ ਟਰੈਕ ਕਿਵੇਂ ਚੱਲਦਾ, ਕਿਉਂਕਿ ਤਰੀਕ ਪੈਣੀ ਆ 15 ਦਿਨਾਂ ਦੇ, ਇੱਕ ਅਰਜੀ ਲੱਗ ਜਾਂਦੀ ਆ 15 ਦਿਨਾਂ ਬਾਅਦ, ਫਿਰ ਉਹਦੀ ਸੁਣਵਾਈ 15 ਦਿਨਾਂ ਬਾਅਦ ਰਿਜ਼ਲਟ। ਸੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਇਹਨਾਂ ਨੇ ਕੀਤੀਆਂ ਤਾਂ ਉਹਨੂੰ ਫਾਸਟ ਟਰੈਕ ਕਰਾਉਂਦੇ 4.5 ਸਾਲ ਲੱਗ ਗਏ। ਜਦੋਂ ਇਹ ਸਰਕਾਰ ਬਣਦੀ ਆ ਤਾਂ ਮੈਂ ਸਰਦਾਰ ਚਰਨਜੀਤ ਚੰਨੀ ਨੂੰ ਵੀ ਘਰੇ ਜਾ ਕੇ ਇਹਨਾਂ ਦੇ ਮਿਲਦਾ, 2 ਨੰਬਰ ਕੋਠੀ ਸੀਐਮ ਦੇ ਮਤਲਬ ਹਾਊਸ ਦੇ ਨਾਲ ਆ ਬਿਲਕੁਲ, ਮੈਂ ਉੱਥੇ ਜਾ ਕੇ ਇਹਨਾਂ ਨੂੰ ਮਿਲਦਾ ਹਾਂ। ਤਾਂ ਇਹਨਾਂ ਦਾ ਵੀ ਕਹਿਣਾ ਹੁੰਦਾ ਕਿ ਇਸ ਤੇ ਸਾਡੀਆਂ ਮੀਟਿੰਗਾਂ ਚੱਲ ਰਹੀਆਂ, ਅਸੀਂ ਕਰਾਂਗੇ। ਡਿਪਟੀ ਸੀਐਮ ਨੂੰ ਵੀ ਮੈਂ ਇਸ ਵਿਸ਼ੇ ਤੇ ਮਿਲਿਆ, ਜਿਹੜੇ ਅੱਜ ਡਿਪਟੀ ਸੀਐਮ ਆ ਸੁਖਜਿੰਦਰ ਸਿੰਘ ਰੰਧਾਵਾ। ਸੋ ਆਪਣੇ ਵੱਲੋਂ ਅਸੀਂ ਕੋਸ਼ਿਸ਼ ਪੋਲੀਟੀਸ਼ੀਅਨ ਵਾਲੀ ਵੀ ਕੀਤੀ ਆ ਤੇ ਆਪਣੇ ਵੱਲੋਂ ਕੋਸ਼ਿਸ਼ ਅਸੀਂ, ਪਰ ਉਸ ਤੋਂ ਬਾਅਦ ਕੁਝ ਹੋਇਆ ਕਿ ਨਹੀਂ ਹੋਇਆ? ਨਹੀਂ, ਕੁਛ ਵੀ ਨਹੀਂ ਹੋਇਆ। ਜੇ ਹੋਇਆ ਹੁੰਦਾ ਬਾਈ ਜੀ ਇੱਥੇ ਬੈਠਣ ਦੀ ਲੋੜ ਨਹੀਂ ਸੀ, ਫਿਰ ਇੱਥੇ ਨਹੀਂ ਬੈਠੇ ਹੋਣਾ ਸੀਗਾ। ਫਿਰ ਅੱਜ ਹੋਇਆ ਨਹੀਂ ਤਾਂ ਅਸੀਂ ਇੱਥੇ ਬੈਠੇ ਆ ਤੇ ਇੱਥੋਂ ਬੈਠਣਾ ਸੰਭਾਵਿਕ ਜੀ ਗੱਲ ਇਹ ਆ ਕਿ ਸਾਨੂੰ ਲੋਕਾਂ ਦੇ ਏਕੇ ਦੀ ਲੋੜ ਆ, ਸਾਨੂੰ ਰਾਜਨੀਤਿਕ ਪਾਰਟੀਆਂ ਦੇ ਏਕੇ ਦੀ ਲੋੜ ਨਹੀਂ ਆ ਜਿਹੜੇ ਕਹਿਣ ਵੀ ਅਸੀਂ ਅੱਜ ਸਾਡੀ ਸਰਕਾਰ ਬਣਾ ਦਿਓ ਤੇ ਅਸੀਂ ਇਨਸਾਫ ਲੈ ਕੇ ਦੇਵਾਂਗੇ। ਚਲੋ ਇੱਕ ਆਖਰੀ ਸਵਾਲ, ਹੁਣ ਅੱਗੇ ਦੀ ਰਣਨੀਤੀ ਕੀ ਹੈ? ਕਿ ਇਹ ਮੋਰਚਾ ਉਦੋਂ ਤੱਕ ਲੱਗਿਆ ਰਹੇਗਾ ਜਦ ਤੱਕ ਇਨਸਾਫ ਨਹੀਂ ਤੁਹਾਨੂੰ ਮਿਲਦਾ? ਬਿਲਕੁਲ ਬਾਈ ਜੀ, ਇਹ ਮਤਲਬ ਸਿਰਫ ਉਸ ਗੱਲ ਤੇ ਜਾ ਕੇ ਹੀ ਉੱਠੂਗਾ ਜਿੰਨਾ ਟਾਈਮ ਬੇਅਦਬੀ ਕਰਨ ਵਾਲੇ ਡੇਰੇ ਨੂੰ ਨਾਮਜ਼ਦ ਨਹੀਂ ਕੀਤਾ ਜਾਂਦਾ ਤੇ ਉਹਦੇ ਤੇ ਬਣਦੀ ਕਾਰਵਾਈ ਨਹੀਂ ਕੀਤੀ ਜਾਂਦੀ। ਦੂਸਰਾ, ਗੋਲੀकांड ਕਰਨ ਵਾਲੇ ਜਿੰਨੇ ਵੀ ਆ, ਚਾਹੇ ਉਹ ਚ ਪੋਲੀਟੀਸ਼ੀਅਨ ਹੋਣ, ਡੀਜੀਪੀ ਸਮੇਤ ਸੈਣੀ ਤੱਕ ਤਾਂ ਜਾਂਚ ਹੀ ਗਈ ਹੈ ਨਾ ਇਹਨਾਂ ਦੀ, ਉੱਥੋਂ ਤੱਕ ਤਾਂ ਗ੍ਰਿਫਤਾਰੀਆਂ ਬਣਦੀਆਂ। ਡੀਜੀਪੀ ਨੂੰ ਤਾਂ ਪੁੱਛਗਿੱਛ ਹੋ ਸਕਦੀ ਆ, ਉਹਨੂੰ ਇਹਨਾਂ ਨੇ ਗ੍ਰਿਫਤਾਰ ਨਹੀਂ ਕੀਤਾ। ਸੋ ਉਸ ਤੋਂ ਬਾਅਦ ਜਿਹੜਾ ਮੋਰਚਾ ਚੱਲਦੇ ਦੇ ਵਿੱਚ ਅਸੀਂ ਵੱਖੋ-ਵੱਖ ਕਮੇਟੀਆਂ ਪਿੰਡਾਂ ਦੇ ਵਿੱਚ ਬਣ ਚੁੱਕੀਆਂ ਜੀ। ਇਹਨਾਂ ਦਾ ਰਾਜਨੀਤਿਕ ਲੋਕਾਂ ਦਾ ਵਿਰੋਧ ਜਿਹੜਾ ਪਿੰਡੋਂ ਪਿੰਡ ਹੋਊਗਾ ਤੇ ਸਵਾਲ ਉਹਨਾਂ ਨੂੰ ਪੁੱਛੇ ਜਾਣਗੇ ਵੀ ਤੁਸੀਂ ਬੇਅਦਬੀ ਦੇ ਨਾਂ ਤੇ ਸਰਕਾਰ ਬਣਾਈ ਸੀ ਤੇ ਤੁਸੀਂ ਕੀਤਾ ਕੀ। ਤੇ ਹਰ ਇੱਕ, ਜ਼ਰੂਰੀ ਨਹੀਂ ਹੈ ਉਹ ਬੰਦਾ ਕਮੇਟੀ ਦਾ ਪਾਰਟੀ ਹੋਵੇ, ਹਰ ਇੱਕ ਸਿੱਖ ਦਾ ਫਰਜ਼ ਹੈ ਇਹਨਾਂ ਨੂੰ ਸਵਾਲ ਪੁੱਛੋ। ਉਹ ਚਾਹੇ ਇਹਨਾਂ ਦਾ ਕੋਈ ਵੀ ਐਮਐਲਏ ਆਉਂਦਾ ਹੋਵੇ, ਜ਼ਰੂਰੀ ਨਹੀਂ ਆ ਕਿ ਕੈਪਟਨ ਅਮਰਿੰਦਰ ਨੇ ਵਾਅਦਾ ਕੀਤਾ। ਪਾਰਟੀ ਤਾਂ ਸਾਰਿਆਂ ਨੂੰ ਤੁਸੀਂ ਬਣਾਇਆ ਤਾਂ ਜਾ ਕੇ ਸਰਕਾਰ ਬਣੀ ਆ। ਕੱਲਾ ਕੈਪਟਨ ਵਾਅਦਾ ਕਰਕੇ ਪਟਿਆਲੇ 'ਚੋਂ ਜਿੱਤ ਕੇ ਸਰਕਾਰ ਨਹੀਂ ਬਣਾ ਸਕਦਾ ਸੀ। ਜੇ ਤੁਸੀਂ ਕਾਂਗਰਸ ਦੇ ਨਾਂ ਨੂੰ ਵੋਟਾਂ ਪਾ ਕੇ ਸਰਕਾਰ ਬਣਾਈ ਆ ਤੇ ਅੱਜ ਤੁਹਾਡਾ ਹੀ ਫਰਜ਼ ਆ ਉਹਨਾਂ ਨੂੰ ਤੁਸੀਂ ਸਵਾਲ ਵੀ ਕਰੋ। ਤੁਹਾਨੂੰ ਲੱਗਦਾ ਕਿ ਕਾਂਗਰਸ ਇਸ ਵਾਰ ਇਸ ਮੁੱਦੇ ਤੇ ਵੋਟਾਂ ਲੈ ਸਕੇਗੀ ਕਿ ਦੁਬਾਰਾ ਦਿਓ ਜੀ ਸਾਨੂੰ ਮੌਕਾ? ਕਿਉਂਕਿ ਚੰਨੀ ਸਾਹਿਬ ਨੂੰ ਤਾਂ ਮੌਕਾ ਹੀ ਨਹੀਂ ਮਿਲਿਆ ਰਾਜ ਕਰਨ ਦਾ, ਕੈਪਟਨ ਅਮਰਿੰਦਰ ਹੀ ਸੱਤਾ ਦੇ ਵਿੱਚ ਰਹੇ ਨੇ। ਨਹੀਂ ਬਾਈ ਜੀ, ਇਹ ਤਾਂ ਸਵਾਲ ਹੀ ਨਹੀਂ। ਇਸ ਵਾਰ ਤਾਂ ਰਾਜਨੀਤਿਕ ਮੁੱਦਾ ਨਹੀਂ ਬਣ ਦੇਣਾ ਇਹ। ਇੰਨਾ ਕੁ ਵਾਹਿਗੁਰੂ ਬਲ ਬਖਸ਼ਣ ਕਿ ਹਰ ਇੱਕ ਬੱਚੇ ਨੂੰ, ਹਰ ਇੱਕ ਸਿੱਖ ਨੂੰ ਇਹ ਗੱਲ ਸਮਝ ਆ ਜੇ ਕਿ ਜਿਹੜੇ ਸਾਡੇ ਗੁਰੂ ਦੇ ਨਾਂ ਤੇ, ਸਾਡੇ ਇਸ਼ਟ ਦੇ ਨਾਂ ਤੇ ਰਾਜਨੀਤੀ ਕਰ ਗਿਆ, ਸਾਡੇ ਰੁਜ਼ਗਾਰਾਂ ਦੇ ਨਾਂ ਤੇ, ਸਾਡੇ ਕੰਮਾਂ ਦੇ ਨਾਂ ਤੇ, ਸਾਡੇ ਪੜ੍ਹਾਈ ਦੇ ਨਾਂ ਤੇ ਕੀ ਕੁਛ ਕਰਦੇ ਹੋਣਗੇ ਜਿਹੜੇ ਗੁਰੂ ਨੂੰ ਨਹੀਂ ਬਖਸ਼ ਸਕੇ। ਸੋ ਸਾਨੂੰ ਇਕੱਠੇ ਹੋਣ ਦੀ ਲੋੜ ਆ। ਤੁਹਾਨੂੰ ਲੱਗਦਾ ਇਸ ਵਾਰ ਸਿਆਸੀ ਮੁੱਦਾ ਨਹੀਂ ਬਣੇਗਾ? ਨਹੀਂ, ਬਣ ਹੀ ਨਹੀਂ ਦੇਣਾ ਬਾਈ ਜੀ। ਪੰਜਾਬ ਦੇ ਲੋਕਾਂ ਨੂੰ ਹੀ ਬੇਨਤੀ ਆ, ਪੰਜਾਬ ਦੇ ਲੋਕਾਂ ਤੇ ਹੀ ਇੰਨੀ ਕੁ ਮਤਲਬ ਉਹਨਾਂ ਦੇ ਚਰਨਾਂ 'ਚ ਬੇਨਤੀ ਆ ਕਿ ਤੁਸੀਂ ਇਕੱਠੇ ਹੋਵੋ, ਤੁਸੀਂ ਇਹ ਮੁੱਦਾ ਹੀ ਨਾ ਬਣ ਦਿਓ। ਹਰ ਇੱਕ ਨੂੰ ਜੇ ਸਵਾਲ ਕਰਾਂਗੇ ਤਾਂ ਕੀ ਮਜਾਲ ਹੈ ਕਿਸੇ ਰਾਜਨੀਤਿਕ ਦੀ, ਉਹ ਇਸ ਤੇ ਮੁੱਦਾ ਬਣਾ ਕੇ ਗੱਲ ਕਰ ਜੂਗਾ। ਚਲੋ ਬਹੁਤ ਬਹੁਤ ਧੰਨਵਾਦ ਸੁਖਰਾਜ। ਇਸਨ ਸੁਖਰਾਜ ਜਿਨ੍ਹਾਂ ਦੇ ਫਾਦਰ ਸਾਹਿਬ ਇਸ ਗੋਲੀकांड ਦੇ ਵਿੱਚ ਸ਼ਹੀਦ ਹੋ ਗਏ। ਗਿਲਾ ਤਾਂ ਇਹਨਾਂ ਨੂੰ ਜ਼ਰੂਰ ਹੈਗਾ ਕਿ ਜਿਹੜੀ ਸਰਕਾਰ ਨੇ, ਜਿਹੜੀ ਪਾਰਟੀ ਨੇ ਇਹ ਕਹਿ ਕੇ ਸੱਤਾ ਹਾਸਲ ਕੀਤੀ ਕਿ ਅਸੀਂ ਆਉਂਦਿਆਂ ਹੀ 6 ਮਹੀਨਿਆਂ ਦੇ ਵਿੱਚ ਇਨਸਾਫ ਕਰਾਂਗੇ। ਅੱਜ ਲਗਭਗ 5 ਸਾਲ ਨਿਬੜਨ ਵਾਲੇ ਨੇ, ਚੋਣਾਂ ਮੁੜ ਤੋਂ ਆਉਣ ਵਾਲੀਆਂ ਨੇ, ਹਾਲੇ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ ਜ਼ਰੂਰ ਹੈ, ਸਿਰਫ ਤੇ ਸਿਰਫ ਭਰੋਸਾ, ਇਸ ਤੋਂ ਇਲਾਵਾ ਹੋਰ ਕੁਝ ਨਹੀਂ। ਜਵਾਨ ਮੁੰਡਾ ਗੋਲੀ ਲੱਗਣ ਕਰਕੇ ਸ਼ਹੀਦ ਹੋ ਗਿਆ, ਉਹਦੇ ਬਜ਼ੁਰਗ ਪਿਤਾ ਜਿਹੜੇ ਨੇ ਉਹ ਵੀ ਧਰਨੇ ਦੇ ਵਿੱਚ ਬੈਠੇ ਹੋਏ ਨੇ, ਉਹਨਾਂ ਨੂੰ ਵੀ ਇਨਸਾਫ ਦੀ ਦਰਕਾਰ ਹੈ। ਲੰਬਾ ਸਮਾਂ ਇੱਕ ਬਜ਼ੁਰਗ ਦੇ ਲਈ ਤੁਸੀਂ ਸਮਝ ਸਕਦੇ ਹੋ, ਮੈਨੂੰ ਲੱਗਦਾ ਕਿ ਦੁਨੀਆ ਦਾ ਸਭ ਤੋਂ ਔਖਾ ਕੰਮ, ਸਭ ਤੋਂ ਵੱਡਾ ਦੁੱਖ ਜਿਹੜਾ ਹੁੰਦਾ ਆਪਣੇ ਜਵਾਨ ਪੁੱਤਰ ਦੀ ਲਾਸ਼ ਨੂੰ ਆਪਣੇ ਮੋਢੇ ਤੇ ਧਰ ਕੇ ਸ਼ਮਸ਼ਾਨ ਘਾਟ ਲਿਜਾਣਾ ਹੁੰਦਾ। ਸ਼ਾਇਦ ਹੀ ਇਹ ਦੁੱਖ ਦਰਦ ਅਸੀਂ ਸਮਝ ਪਾਵਾਂਗੇ ਜੋ ਇਹਨਾਂ ਦਾ ਦੁੱਖ ਇੰਨਾ ਵੱਡਾ ਹੈ। ਔਰ ਇਨਸਾਫ ਨਹੀਂ ਮਿਲਿਆ ਪਿਛਲੀ ਸਰਕਾਰ ਵੇਲੇ ਵੀ, ਔਰ ਹੁਣ ਵੀ 5 ਸਾਲ ਤੋਂ ਦਰਕਾਰ ਕਰ ਰਹੇ ਨੇ ਇਨਸਾਫ ਦੀ ਕਿ ਇਹਨਾਂ ਨੂੰ ਇਨਸਾਫ ਮਿਲੇ, ਪਰ ਇਨਸਾਫ ਨਹੀਂ ਮਿਲਿਆ। ਹੁਣ ਬਜ਼ੁਰਗੋ, ਲਗਾਤਾਰ ਸਿਆਸਤਦਾਨ ਵੀ ਆ ਰਹੇ ਨੇ, ਚੋਣਾਂ ਨੇੜੇ ਆ ਰਹੀਆਂ ਨੇ ਤੇ ਜ਼ਰੂਰੀ ਹੈ ਸਿਆਸਤਦਾਨ ਵੀ ਆਉਣਗੇ, ਜਿਹੜੇ ਵਾਅਦੇ ਪਹਿਲਾਂ ਕੀਤੇ ਗਏ ਸੀ ਉਹ ਵਾਅਦੇ ਵੀ ਦੁਹਰਾਉਣਗੇ। ਤੁਹਾਨੂੰ ਲੱਗਦਾ ਕਿ ਇਨਸਾਫ ਮਿਲ ਪਾਏਗਾ? ਜੇ ਪਹਿਲਾਂ 5-6 ਸਾਲ ਨਹੀਂ ਮਿਲਿਆ ਤਾਂ ਹੁਣ ਜੇ ਦੁਬਾਰਾ ਵੋਟਾਂ ਉਹਨਾਂ ਨੂੰ ਹੀ ਪਾਓਗੇ ਤਾਂ ਇਨਸਾਫ ਮਿਲ ਜੂਗਾ? ਦੇਖੋ ਜੀ, ਇਨਸਾਫ ਦੀ ਤਾਂ ਅਸੀਂ ਤਾਂ ਉਮੀਦ ਬਿਲਕੁਲ ਹੀ ਲਾਤੀ, ਨਹੀਂ ਮਿਲਣਾ।
ਜਿਸ ਦਿਨ ਤੋਂ ਇਹ ਗੋਲੀकांड ਹੋਇਆ ਹੈ, ਸਾਨੂੰ ਤਾਂ ਉਸ ਦਿਨ ਦਾ ਪਤਾ ਵੀ ਇਨਸਾਫ ਨਹੀਂ ਹੋਣਾ। ਪੁਲਿਸ ਅਫਸਰ ਮੁਅੱਤਲ ਕੀਤੇ ਗਏ ਸੀ, ਉਹਨਾਂ ਦੀ ਬਹਾਲੀ ਵੀ ਹੋਗੀ। ਇਹ ਸਭ ਤੋਂ ਵੱਡਾ ਦੁੱਖ ਨਹੀਂ ਤੁਹਾਨੂੰ ਨਜ਼ਰ ਆਉਂਦਾ ਕਿ ਜਿਨ੍ਹਾਂ ਅਫਸਰਾਂ ਨੂੰ ਮੁਅੱਤਲ ਇਸ ਕਰਕੇ ਕੀਤਾ ਗਿਆ ਕਿ ਬਹਿਬਲ ਗੋਲੀकांड ਦੇ ਲਈ ਉਹ ਅਫਸਰ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਨੇ, ਦੁਬਾਰਾ ਉਹਨਾਂ ਨੂੰ ਬਹਾਲ ਕਰਨਾ ਇਹ ਜ਼ਖਮਾਂ ਤੇ ਲੂਣ ਛਿੜਕਣ ਦੀ ਗੱਲ ਨਹੀਂ ਹੈ। ਜ਼ਖਮਾਂ ਤੇ ਲੂਣ ਛਿੜਕਣਾ ਨਹੀਂ ਹੈ, ਤਾਂ ਚਾਕੂ ਨਾਲ ਵੱਢ ਕੇ ਛਿੜਕਣ ਵਾਲੀ ਗੱਲ ਹੁੰਦੀ ਹੈ। ਅਸੀਂ ਵੀ ਜਿਹੜੇ ਹੈਗੇ ਆ ਫਸੇ ਵਿੱਚ, ਦਰਦ ਤਾਂ ਸਾਨੂੰ ਹੈ, ਉਹਨਾਂ ਨੂੰ ਕੋਈ ਦਰਦ ਨਹੀਂਗਾ। ਉਹਨਾਂ ਦਾ ਤਾਂ ਇੱਕ ਮਜ਼ਾਕ ਹੈ, ਸ਼ੁਗਲ ਹੈ, ਲਮਕਾਈ ਜਾਓ ਲਮਕਾਈ ਜਾਓ ਲਮਕਾਈ ਜਾਓ। ਕਿੰਨਾ ਕੁ ਚਿਰ ਅਸੀਂ ਬਹਿ ਜਾਾਂਗੇ? ਹੱਕ ਥੱਕ ਕਰਕੇ ਹੋਰ ਬੈਠਾ। ਮੇਰੇ 62 ਸਾਲ ਦੀ ਉਮਰ ਹੋ ਗਈ ਹੈ, ਆ ਗੋਡਿਆਂ ਤੋਂ ਮੈਥੋਂ ਤੁਰਿਆ ਨਹੀਂ ਜਾਂਦਾ। ਸਾਲ 2 ਸਾਲ ਹੋਰ ਭਕਾਈ ਕਰੂੰਗਾ, ਫਿਰ ਮੈਂ ਬਹਿ ਜਾਊਂਗਾ। ਬਸ ਉਹ ਇਹ ਲਮਕਾਉਣਾ ਚਾਹੁੰਦੇ, ਕਿਸੇ ਨੂੰ ਕੋਈ ਇਨਸਾਫ ਨਹੀਂ ਦੇਣਾ ਚਾਹੁੰਦਾ। ਮੈਨੂੰ ਯਾਦ ਹੈ ਜੀ ਕਿ ਜਦੋਂ ਬਰਗਾੜੀ ਮੋਰਚਾ ਲੱਗਿਆ ਹੋਇਆ ਸੀਗਾ, ਉਦੋਂ ਜਿਵੇਂ ਮੈਂ ਸੁਖਰਾਜ ਹੋਰਾਂ ਨੂੰ ਵੀ ਪੁੱਛਿਆ ਵੀ ਬੜੇ ਸਾਰੇ ਲੀਡਰ ਆਏ, ਉਹਨਾਂ ਨੇ ਤੁਹਾਨੂੰ ਕਿਹਾ ਕਿ ਤੁਸੀਂ ਧਰਨਾ ਚੁੱਕੋ, ਅਸੀਂ ਇਨਸਾਫ ਦਵਾਵਾਂਗੇ। ਉਦੋਂ ਇਨਸਾਫ ਦੀ ਉਮੀਦ ਸੀ ਤੁਹਾਨੂੰ ਕਿ ਉਦੋਂ ਵੀ ਨਹੀਂ ਸੀ? ਇਹ ਇਨਸਾਫ ਦਵਾਉਣਗੇ ਸਾਨੂੰ। ਪਿਛਲੀ ਸਰਕਾਰ ਦੇ ਤਾਂ ਚਲੋ ਹੋਇਆ, ਉਦੋਂ ਤਾਂ ਇਨਸਾਫ ਦੀ ਉਮੀਦ ਤੁਹਾਨੂੰ ਘੱਟ ਸੀ, ਪਰ ਇਸ ਸਰਕਾਰ ਤੋਂ ਤੁਹਾਨੂੰ ਉਮੀਦ ਸੀ ਕਿ ਇਨਸਾਫ ਮਿਲੂਗਾ? ਉਮੀਦ ਪੂਰੀ ਸੀ ਜੀ, 101% ਉਮੀਦ ਸੀਗੀ ਇਨਸਾਫ ਮਿਲੂਗਾ। ਅੱਜ ਵੀ ਅਸੀਂ ਸੋਚਦੇ ਹਾਂ ਵੀ ਸਾਨੂੰ ਉਹ ਨਾ ਤਾਂ ਪਰਮਾਤਮਾ ਇਨਸਾਫ ਦੇਊਗਾ, ਜ਼ਰੂਰ ਦੇਊਗਾ। ਪਰ ਜਦੋਂ ਕੋਈ ਬੰਦਾ ਲਾਰਾ ਲਾ ਕੇ ਮੁੱਕਰ ਜੇ, ਕੋਈ ਕਰਦੇ, ਅਸੀਂ ਕੀ ਕਰ ਸਕਦੇ ਹਾਂ ਉਹਦਾ? ਜੇ ਅਗਲਾ ਕਹਿੰਦਾ ਹੈ, ਕੋਈ ਹੁਣ ਆਦਮੀ ਆ ਗਿਆ, ਕੋਈ ਕਹੇਗਾ ਮੈਂ ਤੈਨੂੰ ਆਹ ਦੇ ਜੂੰਗਾ, ਤੇ ਅਗਰ ਅਸੀਂ ਤਾਂ ਮੰਨ ਲਾਂਗੇ ਵੀ ਹਾਂ ਦੇ ਜੂਗਾ। ਮਜਬੂਰ ਬੰਦਾ ਕੀ ਕਰ ਸਕਦਾ ਜਿਹਦੇ ਹੱਥ 'ਚ ਪਾਵਰ ਨਹੀਂ ਕੋਈ? ਤੇ ਨਹੀਂ ਦਿੱਤਾ, ਫਿਰ ਉਹ ਪਰਮਾਤਮਾ ਵੇਖੀ ਜਾਂਦਾ। ਫਿਰ ਉਹਨਾਂ ਦਾ ਅਸਰ ਵੀ ਕੀ ਹੁੰਦਾ? ਇਹਨਾਂ ਦਾ ਅਸਰ ਇਵੇਂ ਹੀ ਹੋਊਗਾ ਹਰੇਕ ਬੰਦੇ ਦਾ ਜਿਹੜਾ ਇਹਨੂੰ ਟਾਲ ਮਟੋਲ ਕਰੂਗਾ, ਚਾਹੇ ਉਹ ਜੱਜ ਹੈ, ਚਾਹੇ ਉਹ ਵਕੀਲ ਹੈ, ਚਾਹੇ ਕੋਈ ਰਾਜਨੇਤਾ, ਚਾਹੇ ਕੋਈ ਵੀ ਹੈ, ਹਰੇਕ ਦਾ ਅਸਰ ਇਵੇਂ ਹੋਊਗਾ। ਹਾਂ। ਸੁਖਜਿੰਦਰ ਰੰਧਾਵਾ ਜਾਂ ਚਰਨਜੀਤ ਚੰਨੀ, ਇਹਨਾਂ ਨਾਲ ਤੁਸੀਂ ਕਦੇ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ? ਕਦੇ ਇਹਨਾਂ ਤੱਕ ਗੱਲ ਪਹੁੰਚਾਈ ਕਿ ਸਾਨੂੰ ਇਨਸਾਫ ਦਿਓ? ਤੁਹਾਨੂੰ ਵੋਟਾਂ ਪਾ ਕੇ ਲੋਕਾਂ ਨੇ ਜਿਤਾਇਆ, ਇਸੇ ਗੱਲ ਤੇ ਜਿਤਾਇਆ ਕਿ ਤੁਸੀਂ ਇਨਸਾਫ ਕਰੋ। ਦੇਖੋ ਜੀ, ਮੈਂ ਕੈਪਟਨ ਨੂੰ 5 ਵਾਰੀ ਮਿਲਿਆ, ਕੈਪਟਨ ਨੂੰ। ਇਹਨਾਂ ਨਾਲ ਮੇਰੀ ਕੋਈ ਮੁਲਾਕਾਤ ਨਹੀਂ ਹੋਈ। ਕਿਉਂ? ਮੈਨੂੰ ਪਤਾ ਲੱਗ ਗਿਆ ਵੀ ਹੁਣ ਇਹਨਾਂ ਨੂੰ ਮਿਲਣ ਦਾ ਕੋਈ ਫਾਇਦਾ ਨਹੀਂ ਗਾ। ਇਹਨਾਂ ਨੇ ਉਹੀ ਗੱਲ ਕਹਿਣੀ ਹੈ ਵੀ ਕਰੀ ਜਾਂਦੇ ਆ ਕਰੀ ਜਾਂਦੇ ਆ, ਤੇ ਕਰੀ ਜਾਂਦੇ। ਉਹ ਸਾਨੂੰ ਟੀਵੀ ਤੋਂ ਅਖਬਾਰਾਂ ਤੋਂ ਵੀ ਪਤਾ ਲੱਗੀ ਜਾਂਦਾ ਕਿ ਕੀ ਕਰ ਰਹੇ ਆ। ਤੇ ਇਹ ਮੇਰੇ ਹਿਸਾਬ ਨਾਲ ਕੁਛ ਨਹੀਂ ਹੋ ਰਿਹਾ, ਕੁਛ ਨਹੀਂ ਹੋ ਰਿਹਾ। ਤਰੀਕਾਂ ਪੈ ਰਹੀਆਂ, ਉਹ ਪਈ ਜਾਣਗੀਆਂ 10 ਸਾਲ 20 ਸਾਲ, ਪਤਾ ਨਹੀਂ ਜਿੰਨਾ ਚਿਰ ਅਸੀਂ ਜਿਉਂਦੇ ਉਹਨਾਂ ਚਿਰ। 5 ਸਾਲ ਤੁਸੀਂ ਕੈਪਟਨ ਅਮਰਿੰਦਰ ਨੂੰ ਮਿਲੇ, 5 ਵਾਰ ਮਿਲੇ ਹੋ, ਉਹਨਾਂ ਨੇ ਕੀ 5 ਵਾਰ 'ਚ ਤੁਹਾਨੂੰ ਕੋਈ ਭਰੋਸਾ ਦਵਾਇਆ? ਕੋਈ ਤੁਹਾਨੂੰ ਲੱਗਿਆ ਕਿ ਕੈਪਟਨ ਅਮਰਿੰਦਰ ਸਿੰਘ ਗੰਭੀਰ ਨੇ ਇਸ ਮਸਲੇ ਤੇ ਕੁਝ ਇਨਸਾਫ ਦਿਵਾਉਣ ਲਈ? 3 ਵਾਰਾਂ ਤਾਂ ਮੇਰੇ ਕੋਲੇ ਘਰੇ ਹੋ ਕੇ ਗਏ ਆ, 3 ਵਾਰਾਂ। 4-5 ਵਾਰ ਚੰਡੀਗੜ੍ਹ ਗਏ ਆ। ਉਹਨਾਂ ਨੇ ਸਾਨੂੰ ਪੂਰਾ ਭਰੋਸਾ ਦਿੰਦੇ ਅਸੀਂ ਕਰਾਂਗੇ, ਕਰ ਰਹੇ ਹਾਂ, ਕਰਾਂਗੇ। ਕਰਿਆ ਕੁਛ ਨਹੀਂ, ਕੁਝ ਨਹੀਂ ਕਰਿਆ। ਸੋ ਤੁਸੀਂ ਸਹਿਜੇ ਹੀ ਸਮਝ ਸਕਦੇ ਹੋ ਕਿ ਬਜ਼ੁਰਗ ਕਹਿ ਰਹੇ ਨੇ ਕਿ ਇਹ ਹਾਲਾਤ ਨੇ, ਗੋਡੇ ਰਹਿ ਚੁੱਕੇ ਨੇ, ਫਿਰ ਵੀ ਇਨਸਾਫ ਦੀ ਉਮੀਦ ਦੇ ਵਿੱਚ ਬੈਠੇ ਹੋਏ ਨੇ। ਪਰ ਇਨਸਾਫ ਦੀ ਉਮੀਦ ਹੀ ਹੈ, ਸਿਰਫ ਹੋਏਗਾ ਕੁਝ ਨਹੀਂ, ਇਹ ਇਹਨਾਂ ਨੂੰ ਭਰੋਸਾ ਹੈ। ਬਹਿਬਲ ਕਲਾਂ ਤੋਂ ਇਲਾਵਾ ਕੋਟਕਪੁਰਾ ਦੇ ਵਿੱਚ ਵੀ ਗੋਲੀकांड ਹੁੰਦਾ ਹੈ, ਉਸ ਦੇ ਵਿੱਚ ਵੀ ਕੁਝ ਲੋਕ ਜ਼ਖਮੀ ਹੁੰਦੇ ਨੇ। ਨਾ ਤਾਂ ਜ਼ਖਮ ਭਰੇ ਨੇ ਜਿਹੜੇ ਸਰੀਰ ਤੇ ਲੱਗੇ ਨੇ, ਨਾ ਆਤਮਾ ਤੇ ਜਿਹੜੇ ਜ਼ਖਮ ਹੋਏ ਨੇ ਉਹ ਭਰ ਪਾਏ ਨੇ। ਜ਼ਖਮ ਤਾਂ ਸਾਰੀ ਉਮਰ ਭਰਦੇ ਨਹੀਂ, ਪਰ ਜੇ ਇਨਸਾਫ ਮਿਲ ਜੇ ਮਰਹਮ ਜ਼ਰੂਰ ਲੱਗ ਜਾਂਦੀ ਹੈ। ਅਜੀਤ ਸਿੰਘ ਸਾਡੇ ਨਾਲ ਉਹ ਨੌਜਵਾਨ ਹੈਗਾ ਜਿਹੜਾ ਕੋਟਕਪੁਰਾ ਗੋਲੀकांड ਦੇ ਵਿੱਚ ਜ਼ਖਮੀ ਹੋਇਆ ਸੀ। ਅਜੀਤ ਸਿੰਘ, ਤੁਹਾਨੂੰ ਕਿੱਥੇ ਲੱਗੀ ਸੀ ਗੋਲੀ? ਸਰ ਮੇਰੇ ਪੱਟਾਂ ਦੇ ਵਿੱਚ ਲੱਗੀ, ਦੋਨਾਂ ਦੇ ਵਿੱਚ, ਸੱਜੇ ਦੇ ਵਿੱਚ ਦੀ ਕ੍ਰਾਸ ਹੋ ਕੇ ਖੱਬੇ ਦੇ ਵਿੱਚ ਲੱਗੀ ਸੀ, ਦੋਨਾਂ ਜੀ। ਇਹ ਰੰਧਾਵਾ ਸਾਹਿਬ ਨੇ ਤਾਂ ਮੈਂ ਬਿਆਨ ਵੀ ਸੁਣਿਆ ਸੀ ਕਿ ਤੁਹਾਨੂੰ ਮਿਲਕਫੈਡ ਦੇ ਵਿੱਚ ਨੌਕਰੀ ਦੀ ਆਫਰ ਵੀ ਦਿੱਤੀ ਸੀ ਉਹਨਾਂ ਨੇ, ਕੁਛ ਐਵੇਂ ਦੀ ਗੱਲ ਹੋਈ? ਨਹੀਂ ਹੋਈ ਸੀ, ਅਸੀਂ ਮਿਲੇ ਸੀਗੇ ਰੰਧਾਵਾ ਸਾਹਿਬ ਨੂੰ। ਉਹਨਾਂ ਨੇ ਕਿਹਾ ਸੀ ਕਿ ਮਾਰਕਫੈਡ ਦੇ ਵਿੱਚ ਤੁਹਾਨੂੰ ਲਵਾ ਦਾਂਗੇ, ਤੇ ਪਰ ਉਹ ਗੱਲ ਇੱਦਾਂ ਸੀ ਕਿ ਕਹਿੰਦੇ ਵੀ ਤਨਖਾਹ ਤੁਹਾਡੀ ਹੋਊਗੀ 8000। ਤੇ ਫਿਰ ਜੇ ਅਸੀਂ ਸੰਗਰੂਰ ਦੇ ਵਿੱਚ, ਇੱਕ ਤਾਂ ਦੂਰ ਕਿੰਨਾ, ਤੇ ਦੂਜੋ ਜੇ ਸਰਕਾਰ ਜੋਬ ਹੱਲ ਕਰ ਵੀ ਰਹੀ ਹੈ ਤਾਂ ਕਿੰਨੇ ਵਾਲੀ ਦਾ, 8000 ਵਾਲੀ ਦਾ। ਉਸ ਤੋਂ ਚੰਗਾ ਅਸੀਂ ਆਪ ਕਰ ਲਾਂਗੇ, ਉਹ ਵੀ ਪਰਮਾਨੈਂਟ ਨਹੀਂ, ਕੋਈ ਆਸਾਨ ਥੋੜੀ ਕਰਾਉਣਾ ਜੀ ਅਸੀਂ। ਤੇ ਉਸ ਤੋਂ ਚੰਗਾ ਅਸੀਂ ਆਪ ਦਾ ਕਰਕੇ ਕੁਛ ਮਰਜ਼ੀ ਖਾ ਲਾਂਗੇ, ਕੋਈ ਸਰਕਾਰ ਦਾ ਨਾਮ ਥੋੜੀ ਕਰਨਾ ਸੀ ਕਿ ਹਾਂ ਇਹਨਾਂ ਨੇ ਜਿੰਨੇ ਜ਼ਖਮੀ ਹੋਏ ਸੀ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜੀ। ਪਰ ਜਿਹੜੀ ਨਵੀਂ ਸਰਕਾਰ ਬਣੀ ਇਸ ਮੁੱਦੇ ਤੇ ਬਣੀ ਕਿ ਅਸੀਂ ਇਨਸਾਫ ਦਿਵਾਵਾਂਗੇ, ਉਦੋਂ ਤਾਂ ਤੁਹਾਨੂੰ ਇਨਸਾਫ ਦੀ ਉਮੀਦ ਸੀ, ਪਰ ਉਹ ਇਨਸਾਫ ਤੇ ਖਰੇ ਨਹੀਂ ਉਤਰ ਪਾਏ। ਨਹੀਂ, ਉਮੀਦ ਤਾਂ ਹੀ ਹੁੰਦੀ ਆ ਜਦੋਂ ਵੀ ਹੁਣ ਕੋਈ ਨਵੀਂ ਸਰਕਾਰ ਬਣਦੀ ਹੈ ਜਾਂ ਸੱਤਾ ਦੇ ਵਿੱਚ ਕੋਈ ਨਵੀਂ ਬੰਦਾ ਆਉਂਦਾ, ਤੇ ਐਦਾਂ ਹੁੰਦਾ ਕਿ ਚਲੋ ਪਹਿਲਾਂ ਨਹੀਂ ਹੋਇਆ ਤਾਂ ਸ਼ਾਇਦ ਹੁਣ ਹੋ ਜਾਏਗਾ, ਇਹ ਬੰਦਾ ਕੋਈ ਹਮਦਰਦੀ ਕਰੇਗਾ ਸਾਡੇ ਨਾਲ, ਤੇ ਇਨਸਾਫ ਹੋਊਗਾ, ਬੇਅਦਬੀ ਦਾ ਇਨਸਾਫ ਹੋਊਗਾ, ਗੋਲੀकांड ਹੋਏ ਉਹਨਾਂ ਦਾ ਇਨਸਾਫ ਹੋਊਗਾ। ਪਰ ਗੱਲਾਂ ਇੰਨੀਆਂ ਕਿ ਹਰ ਇੱਕ ਬੰਦਾ ਸੱਤਾ ਦੇ ਵਿੱਚ ਆਉਣ ਲਈ ਮੁੱਦਿਆਂ ਨੂੰ ਸਿਰਫ ਇਸਤੇਮਾਲ ਕਰਦਾ, ਲੋਕਾਂ ਦੀ ਸਿੰਪਥੀ ਲੈਂਦਾ, ਪਰ ਹੱਲ ਕਰਨ ਦੀ ਨੀਤ ਕੋਈ ਨਹੀਂ ਰੱਖਦਾ ਇਸ ਮੁੱਦਿਆਂ ਦੀ। ਉਹ ਸਿਸਟਮ ਹੀ ਇੱਦਾਂ ਦਾ ਤਿਆਰ ਕਰ ਦਿੰਦੇ ਆ ਕਿ ਉਹ ਜਾ ਕੇ ਕੋਰਟ ਤੱਕ ਜਾਂਦੀ ਗੱਲ ਖਾਰਜ ਹੋ ਜਾਂਦੀ ਆ। ਉਹਨਾਂ ਦਾ ਟਰੈਕ ਹੀ ਇੱਦਾਂ ਤਿਆਰ ਕਰਿਆ ਹੁੰਦਾ ਕਿ ਪਤਾ ਨਹੀਂ ਵਕੀਲ ਹੀ ਮਾੜੇ ਲਾ ਦਿੰਦੇ ਆ ਮੂਹਰੋਂ, ਜਾਂ ਜਾਂਚ ਦੇ ਵਿੱਚ ਗੱਲਾਂ ਹੀ ਨਹੀਂ ਉਹ ਚੱਜ ਨਾਲ ਕੋਈ ਸਰਵਾਈਵ ਕਰ ਪਾਉਂਦੇ ਜਿਹੜੇ ਕੋਰਟ 'ਚ ਜਾ ਕੇ, ਜਿਹੜੀ ਸਿਰੇ ਸਿਰੇ ਚੜ੍ਹਨ ਵਾਲੀ ਗੱਲ ਕਰਦੇ ਹੀ ਨਹੀਂ ਜੀ ਕੋਈ।
Presented by KEI Wires and Cables, हर टेंशन सही चलती रहे।